ਸਲੀਪ ਸਾਈਕਲ ਨੂੰ ਲੈ ਕੇ ਤੇ ਸਲੀਪ ਨੂੰ ਲੈ ਕੇ ਸਮੱਸਿਆਵਾਂ ਵੱਧ ਰਹੀਆਂ। ਕਿੰਨੇ ਲੋਕ ਆਉਂਦੇ ਨੇ ਤੁਹਾਡੇ ਕੋਲ ਜਿਹੜੇ ਇਹ ਪ੍ਰੋਬਲਮ ਲੈ ਕੇ ਆਉਂਦੇ ਨੇ ਵੀ ਨੀਂਦ ਦੀ ਪ੍ਰੋਬਲਮ ਹੈ? ਘੱਟੋ ਘੱਟ 50% ਤੋਂ ਲੈ ਕੇ ਅਰਾਊਂਡ 70% ਤੱਕ ਮਰੀਜ਼ਾਂ ਨੂੰ ਨੀਂਦ ਨਾਲ ਰਿਲੇਟਡ ਕੁਛ ਨਾ ਕੁਛ ਸਮੱਸਿਆ ਜ਼ਰੂਰ ਹੁੰਦੀ ਹੈ। ਪੰਜਾਬ 'ਚ ਖਾਸ ਤੌਰ ਤੇ ਮੈਨੂੰ ਲੱਗਦਾ ਨੀਂਦ ਦੇ ਨਾਲ ਨਾਇਨਸਾਫੀ ਹੋਣੀ 100 ਸਾਲ 150 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਦੱਸੋ ਵੀ ਨੀਂਦ ਆਉਣ ਦੇ ਜਿਹੜੇ ਕਾਰਨ ਨੇ, ਮਾਈਨਰ ਕੀ ਨੇ, ਮੇਜਰ ਕਾਰਨ ਨੀਂਦ ਜਾਂ ਸਲੀਪ ਡਿਸਆਰਡਰ ਨੂੰ ਕਲਾਸੀਫਾਈ ਕਰਦੇ ਆ ਜੀ ਤਾਂ ਇਹਦੇ 3 ਕਲਾਸੀਫਿਕੇਸ਼ਨਸ ਨਿਕਲਦੀਆਂ। ਨਾਰਮਲੀ ਮੈਂਟਲ ਹੈਲਥ ਰਿਲੇਟਡ ਇਸ਼ੂ ਜਿਵੇਂ ਕਿ ਐਂਗਜ਼ਾਇਟੀ, ਘਬਰਾਹਟ, ਓਵਰ ਥਿੰਕਿੰਗ ਜ਼ਰੂਰਤ ਤੋਂ ਜ਼ਿਆਦਾ ਸੋਚਣਾ, ਡਿਪਰੈਸ਼ਨ ਜਿਹੜੀ ਕਿ ਉਦਾਸੀ ਦੀ ਬਿਮਾਰੀ ਹੈ। ਦੋਸਤੋ, ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼। ਮੈਂ ਦੀਦਾਰ ਸਿੰਘ ਗੁਰਨਾ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਜਿਹੜਾ ਪ੍ਰੋਗਰਾਮ ਹੈ ਤੁਹਾਡੀ ਸਿਹਤ ਬਾਰੇ ਹੈ, ਤੁਹਾਡੀ ਜਿਹੜੀ ਫਿਜ਼ੀਕਲ ਸਿਹਤ ਦੇ ਨਾਲ ਨਾਲ ਜਿਹੜੀ ਮਾਨਸਿਕ ਸਿਹਤ ਹੈ, ਇਹ ਮੇਨ ਉਹਦੇ ਕਰਕੇ ਜਿਹੜਾ ਹੈਗਾ ਹੈ ਐਪੀਸੋਡ ਆਪਾਂ ਅੱਜ ਬਣਾ ਰਹੇ ਹਾਂ। ਪਹਿਲਾਂ ਵੀ ਇਦਾਂ ਦੇ ਆਪਾਂ ਕਈ ਐਪੀਸੋਡ ਬਣਾਏ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ। ਸੋ ਸਾਡੀ ਮਾਨਸਿਕ ਸਿਹਤ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ, ਪਰ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਗੱਲ ਕਰਾਂਗੇ ਸਾਡੀ ਨੀਂਦ ਦੀ ਪ੍ਰੋਬਲਮ ਦੀ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਆ ਰਹੀ ਹੈ। ਕਾਰਨ ਕੋਈ ਵੀ ਹੋਵੇ, ਸਾਨੂੰ ਨੀਂਦ ਦੀ ਜਿਹੜੀ ਪ੍ਰੋਬਲਮ ਹੈ ਕਿਉਂ ਆ ਰਹੀ ਹੈ, ਇਹਦਾ ਇਲਾਜ ਕੀ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ ਪ੍ਰੋਬਲਮ ਤੋਂ ਕਿਵੇਂ ਬਚ ਸਕਦੇ ਹਾਂ। ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਆਪਣੇ ਬੱਚਿਆਂ ਨੂੰ ਇਸ ਪ੍ਰੋਬਲਮ ਤੋਂ ਅਸੀਂ ਕਿਸ ਤਰ੍ਹਾਂ ਬਚਾਉਣਾ। ਪ੍ਰੋਬਲਮ ਬਹੁਤ ਖਤਰਨਾਕ ਹੈ, ਸਾਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ। ਸੋ ਇਹ ਸਾਰੇ ਵਰਤਾਰੇ 'ਤੇ ਗੱਲਬਾਤ ਕਰਨ ਲਈ ਅੱਜ ਆਪਣੇ ਨਾਲ ਨੇ ਮੰਨੇ ਪ੍ਰਮੰਨੇ ਸੈਕੈਟਰਿਸਟ ਡਾਕਟਰ ਸਤਿਨ ਸ਼ਰਮਾ। ਉਹਨਾਂ ਦਾ ਕਰਦੇ ਹਾਂ ਸਵਾਗਤ। ਉਸ ਤੋਂ ਬਾਅਦ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਜੀ ਬਾਬੂਸ਼ਾਹੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਦੀਦਾਰ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਹੈ, ਨੀਂਦ ਬਾਰੇ ਆਪਾਂ ਗੱਲ ਕਰਾਂਗੇ। ਦੁਨੀਆ ਭਰ ਦੇ ਵਿੱਚ ਜਾਂ ਆਪਣੇ ਭਾਰਤ, ਆਪਣੀ ਸਟੇਟ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਨੂੰ ਇਹ ਪ੍ਰੋਬਲਮ ਹੋ ਰਹੀ ਹੈ? ਨੀਂਦ ਦੀ ਪ੍ਰੋਬਲਮ ਜਿਹੜੀ ਹੈ ਇਹ ਸਟੈਟਿਸਟਿਕਸ ਦੇ ਅਨੁਸਾਰ ਜੀ 90% ਪੋਪੂਲੇਸ਼ਨ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਜ਼ਰੂਰ ਆਉਂਦੀ ਹੈ। ਦੇਖ ਲਓ 10% ਉਹੀ ਹੋਣਗੇ ਜਿਨ੍ਹਾਂ ਉੱਤੇ ਅਕਾਲ ਪੁਰਖ ਦਾ ਹੱਥ ਹੋਏਗਾ ਵੀ ਉਹਨਾਂ ਨੂੰ ਜ਼ਿੰਦਗੀ 'ਚ ਕਦੇ ਨੀਂਦ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਈ। ਨਹੀਂ ਤਾਂ 10% ਨੂੰ ਛੱਡ ਕੇ 90% ਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ ਉੱਤੇ ਨੀਂਦ ਰਿਲੇਟਡ ਸਮੱਸਿਆ ਆ ਜਾਣੀ ਹੈ। ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਖਾਸ ਤੌਰ 'ਤੇ ਪੈਂਡੈਮਿਕ ਦੇ ਦੌਰ ਤੋਂ ਬਾਅਦ ਬਈ ਸਲੀਪ ਸਾਈਕਲ ਨੂੰ ਲੈ ਕੇ ਤੇ ਸਲੀਪ ਨੂੰ ਲੈ ਕੇ ਸਮੱਸਿਆਵਾਂ ਵੱਧ ਰਹੀਆਂ ਨੇ ਜੀ। ਹਾਂ ਡਾਕਟਰ ਸਾਹਿਬ, ਇੱਕ ਹੋਰ ਜਿਹੜਾ ਆਪਣਾ ਖਾਸ ਤੌਰ 'ਤੇ ਆਪਾਂ ਪੰਜਾਬ ਦੀ ਗੱਲ ਕਰੀਏ, ਬਹੁਤ ਸਾਰੇ ਲੋਕਾਂ ਦਾ ਜਿਹੜਾ ਲਗਜ਼ਰੀ ਹੈ ਨਾ, ਜਿਹੜਾ ਲਿਵਿੰਗ ਸਟੈਂਡਰਡ ਆ, ਪੂਰੇ ਪੰਜਾਬ 'ਚ ਤੁਸੀਂ ਕੀ ਐਨਾਲਿਸਿਸ ਕਰਦੇ ਹੋ? ਤੁਸੀਂ ਸਾਰੀ ਮਤਲਬ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ, ਤੁਹਾਡਾ ਜਿਹੜੀ OPD ਹੈ ਬਹੁਤ ਹੈ, ਉਹ ਕਿੰਨੇ ਕੁ ਲੋਕ ਆਉਂਦੇ ਨੇ ਤੁਹਾਡੇ ਕੋਲ ਜਿਹੜੇ ਇਹ ਪ੍ਰੋਬਲਮ ਲੈ ਕੇ ਆਉਂਦੇ ਨੇ ਵੀ ਨੀਂਦ ਦੀ ਪ੍ਰੋਬਲਮ ਹੈ? ਨੀਂਦ ਦੀ ਸਮੱਸਿਆ ਲੈ ਕੇ ਜੀ ਦੀਦਾਰ ਜੀ, ਮੇਰੇ ਕੋਲੇ ਨੀਂਦ ਵਾਲੀ ਸਮੱਸਿਆ ਦੇ ਜੇ ਮੈਂ ਆਪਣੀ ਇੱਕ ਨਾਰਮਲ OPD 'ਚ ਦੇਖਾਂ ਇੱਕ ਦਿਨ 'ਚ ਮੈਂ ਜਿੰਨੇ ਮਰੀਜ਼ ਦੇਖਦਾ ਜੀ, ਉਹਨਾਂ ਵਿੱਚੋਂ ਘੱਟੋ ਘੱਟ 50% ਤੋਂ ਲੈ ਕੇ ਅਰਾਊਂਡ 70% ਤੱਕ ਮਰੀਜ਼ਾਂ ਨੂੰ ਨੀਂਦ ਨਾਲ ਰਿਲੇਟਡ ਕੁਛ ਨਾ ਕੁਛ ਸਮੱਸਿਆ ਜ਼ਰੂਰ ਹੁੰਦੀ ਹੈ। ਤੇ ਪੰਜਾਬ 'ਚ ਖਾਸ ਤੌਰ 'ਤੇ ਮੈਨੂੰ ਲੱਗਦਾ ਨੀਂਦ ਦੇ ਨਾਲ ਨਾਇਨਸਾਫੀ ਹੋਣੀ 100 ਸਾਲ 150 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਜੀ। ਜਦੋਂ ਆਪਾਂ ਇਹ ਬਿਜਲੀ ਦਾ ਲਾਟੂ ਲੱਭ ਲਿਆ, ਜਦੋਂ ਦਿਨ ਤੇ ਰਾਤ ਦੇ ਅੰਦਰ ਲਾਈਟ ਦਾ ਫਰਕ ਨਹੀਂ ਰਿਹਾ ਜੀ, ਉਦੋਂ ਤੋਂ ਨੀਂਦ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ। ਤੇ ਪੰਜਾਬੀ ਵੈਸੇ ਹੀ ਜ਼ਿਆਦਾ ਜਗਮਗਾਉਣ ਦੀ ਤੇ ਜ਼ਿਆਦਾ ਚਮਕ ਧਮਕ 'ਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਜੀ। ਤਾਂ ਇਸ ਕਰਕੇ ਆਰਟੀਫਿਸ਼ਲ ਲਾਈਟਾਂ ਕਰਕੇ ਵੀ ਤੇ ਥੋੜ੍ਹੇ ਪੰਜਾਬੀਆਂ ਦਾ ਜ਼ਿਆਦਾ ਸੁਭਾਅ ਜਿਹੜਾ ਹੈਗਾ ਉਹ ਵੀ ਹਮੇਸ਼ਾ ਮਤਲਬ ਕਿ ਖਿੜੇ ਰਹਿਣ ਦਾ ਤੇ ਜੁਝਾਰੂ ਹੋਣ ਦਾ ਤੇ ਕੰਮ ਜ਼ਿਆਦਾ ਕਰਨ ਦਾ, ਆਪਣੀ ਪ੍ਰੋਡਕਟਿਵਿਟੀ ਜ਼ਿਆਦਾ ਵਧਾਉਣ ਦਾ ਹੈਗਾ ਹੋ ਰਿਹਾ ਹੈ, ਤਾਂ ਪੰਜਾਬੀਆਂ ਨੂੰ ਇਹ ਪ੍ਰੋਬਲਮ ਥੋੜ੍ਹੀ ਜਿਹੀ ਜ਼ਿਆਦਾ ਹੀ ਆਉਂਦੀ ਹੈ। ਹੁਣ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਹਾਂ ਇਹਦੇ ਨੀਂਦ ਦੇ ਕਾਰਨਾਂ ਦੀ। ਸੋ ਸਾਨੂੰ ਨੀਂਦ ਨਾ ਆਉਣ ਦੇ ਕਾਰਨ, ਸਾਨੂੰ ਕੱਲਾ ਕਾਰਨ ਜਿਹੜਾ ਹੈਗਾ ਉਹ ਦੱਸੋ ਵੀ ਨੀਂਦ ਆਉਣ ਦੇ ਜਿਹੜੇ ਕਾਰਨ ਨੇ, ਮਾਈਨਰ ਕੀ ਨੇ, ਮੇਜਰ ਕਾਰਨ ਕੀ? ਜਦੋਂ ਡਾਕਟਰਾਂ ਦੇ ਤੌਰ ਤੇ ਜਦੋਂ ਅਸੀਂ ਨੀਂਦ ਜਾਂ ਸਲੀਪ ਡਿਸਆਰਡਰ ਨੂੰ ਕਲਾਸੀਫਾਈ ਕਰਦੇ ਹਾਂ ਤਾਂ ਇਹਦੇ 3 ਕਲਾਸੀਫਿਕੇਸ਼ਨਸ ਨਿਕਲਦੀਆਂ ਨੇ ਜੀ। ਪਹਿਲੀ ਕਲਾਸੀਫਿਕੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਇਨਸੋਮਨੀਆ, ਮਤਲਬ ਇਹ ਮੂਲ ਰੂਪ ਤੋਂ ਨੀਂਦ ਦੀ ਹੀ ਬਿਮਾਰੀ ਹੈ ਜੀ, ਜਿਹੜੀ ਕਿ ਕਿਸੇ ਹੋਰ ਬਿਮਾਰੀ ਨਾਲ ਨਹੀਂ ਜੁੜੀ ਹੋਈ, ਨੀਂਦ ਦੀ ਬਿਮਾਰੀ ਹੈ। ਨੀਂਦ ਦੀ ਬਿਮਾਰੀ, ਠੀਕ ਹੈ ਜੀ। ਠੀਕ ਹੈ। ਦੂਜੇ ਜਿਹੜੇ ਇਸ ਟਾਈਮ ਤੇ ਜ਼ਿਆਦਾ ਵੱਡਾ ਫੈਕਟਰ ਹੈਗਾ ਤੇ ਜ਼ਿਆਦਾ ਵੱਡੀ ਕਲਾਸੀਫਿਕੇਸ਼ਨ ਉਹਨੂੰ ਕਹਿੰਦੇ ਅਸੀਂ ਸੈਕੰਡਰੀ ਇਨਸੋਮਨੀਆ। ਸੈਕੰਡਰੀ ਇਨਸੋਮਨੀਆ ਦਾ ਮਤਲਬ ਕਿਸੇ
ਬਿਮਾਰੀ ਕਰਕੇ, ਨਾਰਮਲੀ ਮੈਂਟਲ ਹੈਲਥ ਰਿਲੇਟਡ ਇਸ਼ੂ ਜਿਵੇਂ ਕਿ ਐਂਗਜ਼ਾਇਟੀ, ਘਬਰਾਹਟ, ਓਵਰ ਥਿੰਕਿੰਗ, ਜ਼ਰੂਰਤ ਤੋਂ ਜ਼ਿਆਦਾ ਸੋਚਣਾ, ਡਿਪਰੈਸ਼ਨ ਜਿਹੜੀ ਕਿ ਉਦਾਸੀ ਦੀ ਬਿਮਾਰੀ ਹੈ, ਤੇ ਹੋਰ ਪੰਜਾਬ 'ਚ ਵੱਧਦਾ ਹੋਇਆ ਕਾਰਨ, ਕਿਉਂਕਿ ਤੁਸੀਂ ਪੰਜਾਬ ਬਾਰੇ ਜਾਣਨਾ ਚਾਹੋਗੇ ਹਮੇਸ਼ਾ, ਪੰਜਾਬ 'ਚ ਵੱਧਦਾ ਹੋਇਆ ਕਾਰਨ ਹੈਗਾ ਜੀ ਨਸ਼ਾ, ਸ਼ਰਾਬ ਦੀ ਯੂਜ਼ ਤੇ ਹੋਰ ਮਾਦਕ ਪਦਾਰਥਾਂ ਦੀ, ਨਸ਼ਿਆਂ ਦੀ ਉਪਯੋਗ, ਜਿਹੜਾ ਕਿ ਇੱਕ ਸੈਕੰਡਰੀ ਕਾਜ਼ ਆਫ ਇਨਸੋਮਨੀਆ ਬਣ ਜਾਂਦਾ ਹੈ, ਜਿਹਦੇ ਅੰਦਰ ਕਿ ਨੀਂਦ ਖਰਾਬ ਹੁੰਦੀ ਹੈ ਜੀ। ਤੀਜੀ ਜਿਹੜੀ ਕਲਾਸੀਫਿਕੇਸ਼ਨ ਹੈ ਉਹਨੂੰ ਕਹਿੰਦੇ ਨੇ ਪੈਰਾਸੋਮਨੀਆਸ। ਬਈ ਨੀਂਦ ਦੇ ਨਾਲ ਰਿਲੇਟਡ, ਨੀਂਦ ਦੇ ਇਰਦ ਗਿਰਦ ਹੋਰ ਚੀਜ਼ਾਂ ਕਿਹੜੀਆਂ ਹੋ ਸਕਦੀਆਂ ਨੇ। ਇਹਦੇ ਅੰਦਰ ਇਹੋ ਜਿਹੀਆਂ ਸਮੱਸਿਆਵਾਂ ਜਿਵੇਂ ਨੀਂਦ 'ਚ ਚੱਲਣਾ, ਨੀਂਦ 'ਚ ਗੱਲਾਂ ਕਰਨੀਆਂ ਜੀ, ਮਾੜੇ ਸੁਪਨੇ ਆਣੇ, ਡਰਾਉਣੇ ਸੁਪਨੇ ਆਣੇ, ਇੱਕਦਮ ਚੌਂਕ ਕੇ ਉੱਠ ਜਾਣਾ ਤੇ ਫਿਰ ਯਾਦ ਨਾ ਰਹਿਣਾ ਕਿ ਨੀਂਦ 'ਚੋਂ ਮੈਂ ਕਿਉਂ ਉੱਠਿਆ। ਠੀਕ ਹੈ ਜੀ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜੀ। ਹਾਂ, ਇਹ ਕਲਾਸੀਫਿਕੇਸ਼ਨ ਹੋ ਗਈ ਸਲੀਪ ਡਿਸਆਰਡਰਸ ਦੀ। ਇੱਕ ਡਾਕਟਰ ਸਾਹਿਬ, ਜੋ ਅੱਜ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਿਹਾ, ਆਮ ਜਿੱਥੇ 4 ਬੰਦੇ ਬੈਠਦੇ ਨੇ ਉਹ ਗੱਲਾਂ ਕਰਦੇ ਨੇ, ਗੱਲ ਵੀ ਕਰਦੇ ਨੇ, ਉਹਦੇ ਬਾਰੇ ਚਿੰਤਾ ਵੀ ਕਰਦੇ ਨੇ, ਪਰ ਖਹਿੜਾ ਕੋਈ ਨਹੀਂ ਛੱਡਦਾ, ਉਹ ਹੈਗੀ ਜੀ ਮੋਬਾਈਲ ਦੀ ਐਡਿਕਸ਼ਨ। ਬਿਲਕੁਲ, ਮਤਲਬ ਸਾਰੀ ਰਾਤ ਇੱਕ ਤੋਂ ਬਾਅਦ ਦੂਜਾ, ਤੀਜਾ, ਚੌਥਾ, ਸਾਰੀ ਰਾਤ ਮੋਬਾਈਲ ਦੇਖੀ ਜਾਣਾ। ਇੱਕ ਜਿਹੜਾ ਮੋਬਾਈਲ ਦੇ ਨਾਲ ਇੱਕ ਜਿਹੜੀ ਗੱਲ ਜੁੜਦੀ ਹੈ ਦੂਜੀ, ਉਹ ਹੈਗੀ ਫਿਜ਼ੀਕਲ ਐਕਟੀਵਿਟੀ ਦਾ ਜ਼ੀਰੋ ਹੋ ਜਾਣਾ, ਕਮੀ ਹੋਣੀ। ਯੈਸ, ਇਹਨਾਂ ਨੂੰ ਥੋੜਾ ਜਿਹਾ ਵਿਸਤਾਰ ਪੂਰਵਕ ਦੱਸੋ ਵੀ ਇਹ ਦੋਨੋਂ ਕਾਰਨ ਕੀ। ਤੁਹਾਡੇ ਬਚਪਨ ਤੇ ਮੇਰੇ ਬਚਪਨ 'ਚ ਜੀ ਆਪਣੀਆਂ ਮਾਵਾਂ ਨਾ ਆਪਾਂ ਨੂੰ ਸ਼ਾਮ ਨੂੰ ਲੱਭਦੀਆਂ ਹੁੰਦੀਆਂ ਸੀ, ਆਵਾਜ਼ਾਂ ਮਾਰ-ਮਾਰ ਕੇ ਵੀ ਕਿੱਥੇ ਖੇਡ ਰਹੇ ਹੋ, ਘਰੇ ਆ ਕੇ ਟਿਕ ਜਾਓ। ਜੀ ਜੀ। ਅੱਜ ਦੀਆਂ ਮਾਵਾਂ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਧੱਕ ਰਹੀਆਂ ਹੁੰਦੀਆਂ ਵੀ ਆ ਸਾਰਾ ਦਿਨ ਮੋਬਾਈਲ ਤੇ ਲੱਗੇ ਰਹਿੰਦੇ, ਥੋੜਾ ਬਹੁਤ ਬਾਹਰ ਜਾ ਕੇ ਵੀ ਖੇਡ ਲਓ। ਬਿਲਕੁਲ ਠੀਕ ਹੈ, ਇਹ ਸੱਚਾਈ ਹੈ। ਤੇ ਦੇਖੋ, ਇਹ ਬੜੀ ਛੋਟੇ ਗੈਪ ਦੇ ਅੰਦਰ ਇਹ ਸੱਚਾਈ ਬਿਲਕੁਲ ਇਨਵਰਸ ਹੋ ਗਈ ਹੈ। ਜੀ ਜੀ ਬਿਲਕੁਲ। ਅੱਜ ਤੋਂ 20 ਸਾਲ ਪਹਿਲਾਂ ਆਪਾਂ ਨੂੰ ਲੱਭ ਕੇ ਲੈਣਾ ਪੈਂਦਾ ਸੀ, ਖੇਡਣ ਤੋਂ ਰੋਕਣਾ ਪੈਂਦਾ ਸੀ। ਜੀ ਜੀ ਬਿਲਕੁਲ। ਤੇ ਅੱਜ ਦੇ ਬੱਚੇ ਜਿਹੜੇ ਨੇ ਓਬੇਸਿਟੀ ਦੇ ਸ਼ਿਕਾਰ ਹੋ ਰਹੇ ਨੇ। ਅੱਜ ਕੱਲ ਆਪਾਂ ਸਾਰਾ ਟਾਈਮ ਬੈਠਣ ਕਰਕੇ ਗੋਡੇ ਆਪਣੇ ਜਾਮ ਕਰ ਲਏ ਨੇ ਜੀ। ਤੁਸੀਂ ਦੇਖੋਗੇ ਵੀ ਲੋਕਾਂ ਨੂੰ ਗੋਡੇ ਚੇਂਜ ਕਰਾਣੇ ਪੈਂਦੇ ਨੇ ਬਹੁਤ ਛੇਤੀ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਜਿਹੜੇ ਪਿੰਡ 'ਚ ਬਜ਼ੁਰਗ ਪਹਿਲਾਂ 60, 70, 80, 90 ਦੀ ਉਮਰ 'ਚ ਵੀ ਆਰਾਮ ਨਾਲ ਸਾਈਕਲ ਚਲਾਉਂਦੇ ਹੁੰਦੇ ਸੀ, ਠੀਕ ਹੈ, ਅੱਜ ਦੇਖੋ ਵੀ ਉਸ ਉਮਰ 'ਚ ਉਹ ਗੋਡੇ ਬਦਲਵਾ ਰਹੇ ਹੁੰਦੇ ਨੇ। ਠੀਕ ਹੈ ਨਾ ਜੀ। ਬਿਲਕੁਲ। ਫਿਜ਼ੀਕਲ ਐਕਟੀਵਿਟੀ ਘਟੀ ਹੈ। ਮੋਬਾਈਲ ਫੋਨ, ਹੁਣ ਇਹਨੂੰ ਆਪਾਂ ਐਡਿਕਸ਼ਨ ਕਹਾਂਗੇ ਜਾਂ ਆਦਤ ਕਹਾਂਗੇ, ਲੱਤ ਕਹਾਂਗੇ, ਬਿਮਾਰੀ ਕਹਾਂਗੇ, ਜਾਂ ਕੋਈ ਬੜੀ ਚੰਗੀ ਸਾਇੰਸ ਦੀ ਕਾਢ ਕਹਾਂਗੇ, ਇਹ ਹਲੇ ਵੀ ਜੂਰੀ ਇਜ਼ ਆਊਟ ਔਨ ਦੈਟ। ਮੇਰੇ ਖਿਆਲ ਹਲੇ ਵੀ ਆਪਾਂ ਨੂੰ ਸਮਝ ਨਹੀਂ ਆਈ ਵੀ ਇਹ ਮੋਬਾਈਲ ਫੋਨ ਜ਼ਿਆਦਾ ਮਾੜੀ ਚੀਜ਼ ਹੈ ਜਾਂ ਜ਼ਿਆਦਾ ਚੰਗੀ ਚੀਜ਼ ਹੈ। ਠੀਕ ਹੈ। ਪਰ ਇੱਕ ਚੀਜ਼ ਇਹ ਜ਼ਰੂਰ ਹੈ ਵੀ ਇਹ ਤੁਹਾਡੀ ਨੀਂਦ ਦਾ ਦੁਸ਼ਮਣ ਹੈ ਜੀ, ਇਸ 'ਚ ਕੋਈ ਸ਼ੱਕ ਨਹੀਂ। ਜਦੋਂ ਵੀ ਮੇਰੇ ਕੋਲੇ ਮਰੀਜ਼ ਆ ਕੇ ਕਹਿੰਦੇ ਡਾਕਟਰ ਸਾਹਿਬ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ, ਤਾਂ ਮੈਂ ਉਹਨਾਂ ਤੋਂ ਇਹ ਪੁੱਛਦਾ ਕਿ ਜੀ ਜਿਹੜੀ ਇਹ ਚੀਜ਼ ਪਿਆਰੀ ਇੰਨੀ ਹੈ ਆਪਣੀ, ਵੀ ਇਹ ਲਾਸਟ ਚੀਜ਼ ਹੁੰਦੀ ਜਿਹੜੀ ਆਪਾਂ ਸੌਣ ਤੋਂ ਪਹਿਲਾਂ ਛੱਡਦੇ ਆ, ਉਹ ਕਿੰਨੇ ਵਜੇ ਛੱਡਦੇ ਹੋ? ਠੀਕ ਹੈ। ਤੇ ਇਹ ਜਿਹੜੀ ਇੰਨੀ ਪਿਆਰੀ ਚੀਜ਼ ਇੰਨੀ ਪਿਆਰੀ ਹੈ ਸਾਡੇ ਲਈ ਵੀ ਸਵੇਰ ਉੱਠਦੇ ਸਾਰ ਪਹਿਲੀ ਚੀਜ਼ ਹੀ ਇਹ ਚੱਕਦੇ ਆ ਆਪਾਂ, ਪਹਿਲੀ ਚੀਜ਼ ਇਹ ਚੱਕਦੇ ਆ। ਬਿਲਕੁਲ ਠੀਕ ਹੈ ਜੀ। ਤੁਸੀਂ ਦੇਖੋ, ਜਿਹੜੀ ਚੀਜ਼ ਆਪਣੇ ਜੀਵਨ ਦਾ ਇੰਨਾ ਗੂੜਾ ਅੰਗ ਬਣ ਗਈ ਹੈ, ਉਹ ਨੀਂਦ ਨੂੰ ਡਿਸਟਰਬ ਕਰੇਗੀ। ਮੈਂ ਇਹਦੇ ਲਈ ਇਲਾਜ ਆਮ ਤੌਰ ਤੇ ਇਹ ਕਹਿੰਦਾ ਹੁੰਦਾ ਵੀ ਜੀ ਤੁਹਾਡੀਆਂ ਵੀ ਬੈਟਰੀਆਂ ਚਾਰਜ ਹੋਣ ਦੀ ਹੈ ਲੋੜ, ਤੇ ਫੋਨ ਦੀ ਵੀ ਬੈਟਰੀ ਚਾਰਜ ਹੋਣ ਦੀ ਲੋੜ ਹੈ। ਉਹਦੇ ਲਈ ਇੱਕ ਟਾਈਮ ਫਿਕਸ ਕਰੋ ਬਈ ਉਸ ਤੋਂ ਬਾਅਦ ਅਸੀਂ ਫੋਨ ਨਹੀਂ ਚੱਕਣਾ, ਰਾਤ ਨੂੰ ਫੋਨ ਨੂੰ ਉਸ ਟਾਈਮ ਚਾਰਜਿੰਗ ਤੇ ਲਾ ਦੇਣਾ। ਬਿਲਕੁਲ ਠੀਕ ਹੈ ਨਾ ਜੀ। ਇੱਕ ਇਹ ਬਹੁਤ ਵੱਡਾ ਕਾਰਨ ਹੈ, ਆਪਣੀ ਨੀਂਦ ਦਾ ਦੁਸ਼ਮਣ ਹੈ। ਡਾਕਟਰ ਸਾਹਿਬ, ਉਸ ਤੋਂ ਅਗਲਾ ਸਵਾਲ, ਜਦੋਂ ਕਿਸੇ ਬੰਦੇ ਨੂੰ ਡਿਟੈਕਟ ਹੋ ਗਈ, ਇਹਨੂੰ ਆਪ ਪਤਾ ਲੱਗ ਗਿਆ ਜਾਂ ਸਾਈਕੈਟ੍ਰਿਸਟ ਨੂੰ ਪਤਾ ਲੱਗ ਗਿਆ ਵੀ ਇਹਨੂੰ ਨੀਂਦ ਦੀ ਪ੍ਰੋਬਲਮ ਹੈਗੀ ਹੈ, ਚਾਹੇ ਕਾਰਨ ਕੋਈ ਵੀ ਹੋਵੇ, ਜਿਹੜਾ ਤੁਹਾਡੀ ਪੈਥੀ ਦੇ ਵਿੱਚ ਇਹਦਾ ਇਲਾਜ ਹੈ, ਉਹ ਕਿੱਦਾਂ ਸ਼ੁਰੂ ਹੁੰਦਾ ਤੇ ਕਿਹੜੇ ਇਲਾਜ ਦੇ ਪੜਾਅ ਨੇ? ਠੀਕ ਹੈ। ਜਿਸ ਤਰ੍ਹਾਂ ਮੈਂ ਡਿਫਾਈਨ ਕੀਤਾ ਵੀ ਸਲੀਪ ਡਿਸਆਰਡਰਸ ਦੇ 3 ਮੋਟੇ ਕਲਾਸੀਫਿਕੇਸ਼ਨਸ ਨੇ, 3 ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਕਲਾਸੀਫਾਈ ਕਰਦੇ ਹਾਂ ਜੀ। ਤਾਂ ਜਿਹੜੇ ਤਾਂ ਪੈਰਾਸੋਮਨੀਆਸ ਨੇ, ਨੀਂਦ ਦੇ ਅੰਦਰ ਚੱਲਣ ਦੀ ਆਦਤ, ਨੀਂਦ ਦੇ ਅੰਦਰ ਬੋਲਣ ਦੀ ਆਦਤ, ਨੀਂਦ ਦੇ ਅੰਦਰ ਕਈ ਵਾਰ ਦੌਰੇ ਪੈਣਾ ਕੁਝ ਲੋਕਾਂ ਨੂੰ, ਮਾੜੇ ਸੁਪਨੇ ਆਉਣਾ, ਇੱਕਦਮ ਨੀਂਦ ਦਾ ਖੁੱਲ੍ਹ ਜਾਣਾ, ਇਹਨਾਂ ਦੇ ਕਾਰਨਾਂ ਨੂੰ ਪਹਿਲਾਂ ਡਿਟੈਕਟ ਕੀਤਾ ਜਾਂਦਾ ਹੈ ਡਿਟੇਲਡ ਹਿਸਟਰੀ ਟੇਕਿੰਗ ਦੇ ਅੰਦਰ, ਇੰਟਰਵਿਊ ਟੇਕਿੰਗ ਦੇ ਅੰਦਰ। ਫਿਰ ਉਹਨਾਂ ਦੇ ਲਈ ਸਪੈਸੀਫਿਕ ਇਹੋ ਜਿਹੀਆਂ ਦਵਾਈਆਂ ਅੱਜ ਕੱਲ੍ਹ ਆ ਗਈਆਂ ਨੇ ਜਿਹੜੇ ਸਲੀਪ ਦੇ ਆਰਕੀਟੈਕਚਰ ਨੂੰ, ਬਈ ਜਿਹੜੀ ਨੀਂਦ ਦੀ ਸਾਡੀ ਬਣਾਵਟ ਹੈ ਉਹਨੂੰ ਬਦਲ ਦਿੰਦੀਆਂ ਨੇ। ਉਹਦੇ ਨਾਲ ਨੀਂਦ ਹੋਰ ਗੂੜੀ ਹੋ ਜਾਂਦੀ ਹੈ, ਜ਼ਿਆਦਾ ਰੈਸਟਫੁਲ ਹੋ ਜਾਂਦੀ ਹੈ। ਤੇ ਇਹਦੇ ਅੰਦਰ ਮੇਰੇ ਖਿਆਲ ਜਿਹੜਾ ਆਮ ਤੌਰ ਤੇ ਨੀਂਦ ਦੀਆਂ ਦਵਾਈਆਂ ਦੇ ਬਾਰੇ ਡਰ ਹੁੰਦਾ ਹੈ ਕਿ ਇਹਨਾਂ ਦੀ ਆਦਤ ਤਾਂ ਨਹੀਂ ਪੈ ਜਾਊਗੀ, ਕਿ ਇੱਦਾਂ ਤਾਂ ਨਹੀਂ ਹੋ ਜਾਊਗਾ ਵੀ ਉਸ ਤੋਂ ਬਾਅਦ ਅਸੀਂ ਸਾਰੀ ਉਮਰ ਲਈ ਲੱਗ ਜਾਵਾਂਗੇ। ਹੁਣ ਉਹ ਖਤਰੇ ਵੀ ਘਟਦੇ ਜਾ ਰਹੇ ਨੇ ਨਵੀਆਂ ਦਵਾਈਆਂ ਦੀ ਡਿਵੈਲਪਮੈਂਟ ਨਾਲ। ਠੀਕ ਹੈ ਜੀ। ਪੈਰਾਸੋਮਨੀਆਸ ਹੋ ਗਏ। ਸੈਕੰਡਰੀ ਇਨਸੋਮਨੀਆ ਜਿਹਨੂੰ ਆਪਾਂ ਕਹਿੰਦੇ ਆ, ਬਈ ਨੀਂਦ ਦੀ ਸਮੱਸਿਆ ਜਿਹੜੀ ਬੇਸਿਕਲੀ ਨੀਂਦ ਦੀ ਸਮੱਸਿਆ ਨਹੀਂ ਹੈ,
ਨੀਂਦ ਦੀ ਸਮੱਸਿਆ ਤਾਂ ਬਣ ਗਈ ਹੈ ਕਿਉਂਕਿ ਇੱਕ ਪ੍ਰਾਇਮਰੀ ਡਾਇਗਨੋਸਿਸ ਕਿਸੇ ਸਾਈਕੈਟ੍ਰਿਕ ਬਿਮਾਰੀ ਦਾ ਹੈਗਾ, ਜਿਵੇਂ ਕਿ ਡਿਪਰੈਸ਼ਨ, ਜਿਵੇਂ ਕਿ ਐਂਗਜ਼ਾਇਟੀ, ਜਿਵੇਂ ਕਿ ਓਵਰ ਥਿੰਕਿੰਗ, OCD। ਤਾਂ ਅਸੀਂ ਫਿਰ ਉਸ ਕੇਸ 'ਚ ਨੀਂਦ ਦੀ ਦਵਾਈ ਨਹੀਂ ਸ਼ੁਰੂ ਕਰਦੇ, ਅਸੀਂ ਉਸ ਕੇਸ ਦੇ ਅੰਦਰ ਉਸ ਬਿਮਾਰੀ ਨੂੰ ਠੀਕ ਕਰਨਾ ਸ਼ੁਰੂ ਕਰਦੇ ਹਾਂ ਤੇ ਨੀਂਦ ਆਪਣੇ ਆਪ ਠੀਕ ਹੋ ਜਾਂਦੀ ਹੈ। ਠੀਕ ਹੋ ਜਾਂਦੀ ਹੈ। ਪ੍ਰਾਇਮਰੀ ਇਨਸੋਮਨੀਆਸ ਦੇ ਅੰਦਰ ਜਦੋਂ ਵੀ ਉਹ ਡਾਇਗਨੋਜ਼ ਹੁੰਦੇ ਨੇ ਤਾਂ ਉਹ ਪ੍ਰਾਇਮਰੀਲੀ ਨੀਂਦ ਦੀ ਹੀ ਸਮੱਸਿਆ ਹੁੰਦੀ ਹੈ ਤੇ ਉਹਦਾ ਉਸੇ ਹਿਸਾਬ ਨਾਲ ਸਪੈਸੀਫਿਕ ਦਵਾਈਆਂ ਨਾਲ ਇਲਾਜ ਹੁੰਦਾ ਹੈ। ਜੇ ਕਿਸੇ ਨੂੰ ਮਤਲਬ ਨੀਂਦ ਦੀ ਪ੍ਰੋਬਲਮ, ਮਤਲਬ ਬੰਦੇ ਨੂੰ ਪਾਰਟੀਕੂਲਰ ਕੋਈ ਨੀਂਦ ਦੀ ਪ੍ਰੋਬਲਮ ਆ ਗਈ ਜੀ, ਤਾਂ ਫਿਰ ਉਹਨੂੰ ਇਹ ਮਤਲਬ ਕਿ ਇਹਦੇ ਵਿੱਚ ਜਦੋਂ ਬੰਦੇ ਨੇ ਆਪਣਾ ਇਲਾਜ ਸ਼ੁਰੂ ਕਰਵਾ ਲਿਆ ਤਾਂ ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਉਹਨੂੰ ਵਰਤਣੀਆਂ ਚਾਹੀਦੀਆਂ ਨੇ? ਬਹੁਤ ਵਧੀਆ ਸਵਾਲ ਹੈ ਹਿਦਾਰ ਜੀ, ਕਿਉਂਕਿ ਨੀਂਦ ਦੇ ਅੰਦਰ ਜਿਹੜੀ ਮੈਂ ਸਭ ਤੋਂ ਵੱਡੀ ਇੱਕ ਸਮੱਸਿਆ ਆਪਣੇ ਸਮਾਜ 'ਚ ਤੇ ਪੰਜਾਬ 'ਚ ਖਾਸ ਤੌਰ ਤੇ ਦੇਖੀ ਹੈ, ਉਹ ਹੈਗੀ ਹੈ ਜੀ ਸੈਲਫ ਮੈਡੀਕੇਸ਼ਨ ਦੀ। ਆਪੇ ਹੀ ਗੋਲੀ ਖਾ ਲੈਣੀ ਕੋਈ ਵੀ। ਇੱਕ ਗੋਲੀ ਦਾ ਤੁਸੀਂ ਵੀ ਨਾਂ ਸੁਣਿਆ, ਮੈਂ ਵੀ ਸੁਣਿਆ, ਉਹ ਇੱਕ ਬ੍ਰਾਂਡ ਨੇਮ ਹੈ, ਇਸ ਲਈ ਆਪਾਂ ਟੀਵੀ ਉੱਤੇ ਨਹੀਂ ਬੋਲ ਸਕਦੇ, ਪਰ ਉਹਦਾ ਜਿਹੜਾ ਸਾਲਟ ਹੈ ਉਹ ਐਲਪਰਾਜ਼ੋਲੈਮ ਹੈ। ਆਹ ਗੋਲੀ ਮੇਰੇ ਖਿਆਲ ਇੱਕ ਟਾਈਮ ਸੀ ਪੰਜਾਬ 'ਚ ਜਦੋਂ ਆਲਮੋਸਟ ਹਰ ਘਰ 'ਚ ਇੱਕ ਪੱਤਾ ਪਿਆ ਹੁੰਦਾ ਸੀਗਾ। ਕਈ ਲੇਡੀਜ਼ ਦੇ ਪਰਸ 'ਚ ਪੱਕਾ ਹੀ ਉਹ ਪੱਤਾ ਹੁੰਦਾ ਸੀਗਾ ਵੀ ਜਿੱਥੇ ਘਬਰਾਹਟ ਹੋਈ ਇਹ ਬਣੀ ਇੱਕ ਘਬਰਾਹਟ ਦੇ ਗੋਲੀ ਦੇ ਤੌਰ ਤੇ ਸੀਗੀ। ਪਰ ਇਹਦਾ ਮਿਸਯੂਜ਼ ਇੰਨਾ ਜ਼ਿਆਦਾ ਨੀਂਦ ਲਈ ਹੋਇਆ ਕਿ ਲੋਕਾਂ ਨੇ ਸ਼ੁਰੂ ਤਾਂ ਕਰ ਲਈ, ਉਸ ਤੋਂ ਬਾਅਦ ਬੰਦ ਕਰਨੀ ਨਹੀਂ ਸਮਝ ਆਈ ਵੀ ਕਿਵੇਂ ਕਰੀਏ। ਬਿਲਕੁਲ ਠੀਕ ਹੈ ਨਾ ਜੀ। ਫਿਰ ਜਦੋਂ ਸਰਕਾਰ ਵੱਲੋਂ ਸਖਤੀ ਹੋਈ, ਦਵਾਈ ਮਿਲਣੀ ਬੰਦ ਹੋਈ, ਉਦੋਂ ਸਾਨੂੰ ਪਤਾ ਚੱਲਿਆ ਵੀ ਐਕਚੁਅਲੀ ਇਹਦੀ ਸਮੱਸਿਆ ਕਿੰਨੀ ਜ਼ਿਆਦਾ ਫੈਲ ਚੁੱਕੀ ਸੀਗੀ। ਠੀਕ ਹੈ। ਤੇ ਫਿਰ ਉਹਨਾਂ ਮਰੀਜ਼ਾਂ ਨੂੰ ਸਟੇਬਲਾਈਜ਼ ਕਰਨ ਲਈ ਸਮਝ ਲਓ ਕਿ ਇੱਕ ਦੂਜੀ ਬਿਮਾਰੀ ਬਣ ਗਈ ਜਿਹਦਾ ਸਾਨੂੰ ਹੱਲ ਲੱਭਣੇ ਪਏ ਹਰ ਇੱਕ ਮਰੀਜ਼ ਲਈ ਇੰਡੀਵਿਜੂਅਲੀ ਜੀ। ਤਾਂ ਇਹ ਪਹਿਲੀ ਚੀਜ਼, ਸੈਲਫ ਮੈਡੀਕੇਸ਼ਨ ਨਾ ਕਰੋ। ਜਿੰਨੇ ਟਾਈਮ ਦੀ ਡਾਕਟਰ ਨੇ ਦਵਾਈ ਦਿੱਤੀ ਹੈ ਉਸ ਹਿਸਾਬ ਨਾਲ ਲਓ, ਡਾਕਟਰ ਦੀ ਸਲਾਹ ਨਾਲ ਇਹਦਾ ਇਲਾਜ ਕਰਾਓ। ਨੀਂਦ ਦੀ ਗੋਲੀ ਦੀ ਡਿਪੈਂਡੈਂਸ ਸ਼ਾਇਦ ਦੁਨੀਆ ਦੇ ਅੰਦਰ ਸਭ ਤੋਂ ਕਾਮਨ ਇੱਕ ਐਡਿਕਸ਼ਨ ਬਣ ਚੁੱਕੀ ਹੈ। ਪੰਜਾਬ 'ਚ ਖਾਸ ਤੌਰ ਤੇ ਦੂਜੀ ਗੱਲ ਜਿਹੜੀ ਮੈਂ ਕਹੂੰਗਾ ਵੀ ਨੀਂਦ ਦੇ ਬਾਰੇ ਬੜੀ ਜ਼ਰੂਰੀ ਹੈ, ਉਹ ਇਹ ਧਾਰਨਾ ਹੈਗੀ ਹੈ ਕਿ ਜੀ ਜੇ ਛੋਟੇ ਛੋਟੇ ਦੋ ਲਾ ਲਈਏ ਤਾਂ ਨੀਂਦ ਵਧੀਆ ਆਉਂਦੀ ਹੈ। ਬਿਲਕੁਲ ਹੈਗਾ ਜੀ, ਹੈ ਨਾ ਜੀ। ਆਮ ਤੌਰ ਤੇ ਆਪਾਂ ਸੁਣਦੇ ਆ ਵੀ ਨੀਂਦ ਖਰਾਬ ਹੈ ਬਈ ਥੋੜੀ ਜਿਹੀ ਸ਼ਰਾਬ ਲਾ ਲਓ ਠੀਕ ਹੋ ਜਾਏਗੀ, ਠੀਕ ਹੋ ਜਾਊਗਾ। ਸਾਡੀ ਸਾਇੰਸ, ਸਾਡੀਆਂ ਕਿਤਾਬਾਂ ਤੇ ਸਾਡੀ ਰਿਸਰਚ ਨੇ ਇਹ ਸ਼ੋਅ ਕੀਤਾ ਹੈ ਕਿ ਸ਼ਰਾਬ ਹਮੇਸ਼ਾ ਨੀਂਦ ਦੀ ਕੁਆਲਿਟੀ ਖਰਾਬ ਕਰਦੀ ਹੈ, ਐਂਗਜ਼ਾਇਟੀ ਡਿਸਆਰਡਰ ਵਧਾਉਂਦੀ ਹੈ। ਸ਼ਰਾਬ ਦਵਾਈ ਨਹੀਂ ਹੈ ਕਿਸੇ ਵੀ ਚੀਜ਼ ਲਈ। ਸ਼ਰਾਬ ਇੱਕ ਰੀਕ੍ਰੀਏਸ਼ਨਲ ਡਰੱਗ ਹੈ, ਜਿਹੜੇ ਆਪਾਂ ਮਜ਼ੇ ਲਈ ਪੀਂਦੇ ਆ, ਉਹਨੂੰ ਇੰਜੋਏ ਕਰਨ ਲਈ ਪੀਂਦੇ ਆ। ਉਸ ਤੋਂ ਵੱਧ ਉਹਦਾ ਕੋਈ ਵੀ ਰੋਲ ਨਹੀਂ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਪਰ ਪੰਜਾਬ 'ਚ ਨੋਰਮਲੀ ਤੁਸੀਂ ਵੀ ਦੇਖਿਆ, ਆਪਾਂ ਵੀ ਦੇਖਿਆ ਕਿ ਸ਼ਰਾਬ ਨੂੰ ਨੀਂਦ ਦੀ ਦਵਾਈ ਵਾਂਗੂ ਮਿਸਯੂਜ਼ ਕੀਤਾ ਜਾਂਦਾ ਹੈ ਨਾ ਜੀ। ਤੇ ਮੇਰੇ ਖਿਆਲ ਇਹੀ ਦੋ ਤਿੰਨ ਜਿਹੜੀਆਂ ਮੇਨ ਚੀਜ਼ਾਂ ਨੇ ਇਸ ਸਵਾਲ ਲਈ ਮੈਂ ਦੱਸਣਾ ਚਾਹੂੰਗਾ ਜੀ। ਮਤਲਬ ਇਹ ਪ੍ਰੀਕਾਸ਼ਨ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ। ਅੱਛਾ, ਇੱਕ ਵਾਰ ਜਦੋਂ ਕਿਸੇ ਬੰਦੇ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ, ਉਹਦੇ 'ਚ ਸਭ ਤੋਂ ਬੜੀ ਗੱਲ ਉਹਦੇ ਮਨ ਦੇ ਵਿੱਚ ਆਉਂਦੀ ਹੈ ਵੀ ਜ਼ਿੰਦਗੀ ਭਰ ਦਵਾਈ ਖਾਣੀ ਪਊਗੀ, ਕਿੰਨਾ ਟਾਈਮ ਖਾਣੀ ਪਊਗੀ, ਮਤਲਬ ਕਿੰਨੇ ਡਾਕਟਰ ਦੇ ਚੱਕਰ ਲੱਗਣਗੇ। ਸੋ ਇਹਦੇ ਬਾਰੇ ਥੋੜਾ ਬਰੀਫ ਕਰੋ ਵੀ ਮਤਲਬ ਵੀ ਆਮ ਜੇ ਕੋਈ ਨਾਰਮਲ ਪ੍ਰੋਬਲਮ ਤਾਂ ਕਿੰਨੇ ਕੁ ਟਾਈਮ 'ਚ ਠੀਕ ਹੋ ਜਾਂਦੀ ਹੈ, ਇਲਾਜ ਵੱਧ ਤੋਂ ਵੱਧ ਇਹ ਕਿੰਨਾ ਲੰਬਾ ਜਾ ਸਕਦਾ ਹੈ? ਬਿਲਕੁਲ ਠੀਕ ਹੈ। ਸਭ ਤੋਂ ਆਸਾਨ ਕੰਮ ਮਾਡਰਨ ਐਲੋਪੈਥਿਕ ਜਾਂ ਜਿਹਨੂੰ ਅਸੀਂ ਐਵੀਡੈਂਸ ਬੇਸਡ ਮੈਡੀਸਨ ਕਹਿੰਦੇ ਅੱਜ ਕੱਲ੍ਹ ਜੀ, ਉਹਦੇ ਅੰਦਰ ਸਭ ਤੋਂ ਆਸਾਨ ਕੰਮ ਹੁੰਦਾ ਦਵਾਈ ਲਿਖ ਕੇ ਦੇ ਦੇਣਾ ਕਿ ਆਹ ਜੀ ਨੀਂਦ ਦੀ ਗੋਲੀ ਹੈ। ਹੁਣ ਉਹਦੇ ਅੰਦਰ ਸੱਚਾਈ ਕਿੰਨੀ ਹੈ ਉਹ ਕਿਸੇ ਨੂੰ ਨਹੀਂ ਪਤਾ। ਨੀਂਦ ਦੀ ਗੋਲੀਆਂ ਐਕਚੁਅਲੀ ਬੜੀਆਂ ਸਪੈਸ਼ਲਾਈਜ਼ਡ ਤੇ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੀ ਨੀਂਦ ਦੀ ਸਮੱਸਿਆ ਲਈ। ਠੀਕ ਹੈ ਜੀ। ਮੇਰੇ ਵੱਲੋਂ ਜੇ ਕੋਈ ਕਹੇਗਾ ਕਿ ਜੀ ਇਹਦਾ ਇਲਾਜ ਕਿਵੇਂ ਹੁੰਦਾ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ, ਜੇ ਸੈਕੰਡਰੀ ਇਨਸੋਮਨੀਆ ਹੈ, ਜੇ ਨੀਂਦ ਖਰਾਬ ਹੋ ਰਹੀ ਹੈ ਕਿਸੇ ਹੋਰ ਬਿਮਾਰੀ ਕਰਕੇ, ਤਾਂ ਅਸੀਂ ਨੀਂਦ ਦੀ ਗੋਲੀ ਦਿੰਦੇ ਹੀ ਨਹੀਂ, ਆਪਾਂ ਉਸ ਬਿਮਾਰੀ ਨੂੰ ਠੀਕ ਕਰਦੇ ਹਾਂ। ਠੀਕ ਹੈ। ਆਮ ਤੌਰ ਉੱਤੇ ਫਸਟ ਐਪੀਸੋਡ ਡਿਪਰੈਸ਼ਨ, ਫਸਟ ਐਪੀਸੋਡ ਐਂਗਜ਼ਾਇਟੀ ਦਾ 4 ਤੋਂ ਲੈ ਕੇ 6 ਮਹੀਨੇ ਤੱਕ ਇਲਾਜ ਚੱਲਦਾ ਹੁੰਦਾ ਹੈ। ਠੀਕ ਹੈ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਆਲਮੋਸਟ 80 ਤੋਂ 90% ਮਰੀਜ਼ਾਂ ਨੂੰ ਉਹਦੀ ਲੋੜ ਨਹੀਂ ਪੈਂਦੀ। ਪਰ ਅਗੇਨ ਇੱਕ ਇਹ ਵਲਨਰੇਬਿਲਿਟੀ, ਜਦੋਂ ਆਪਾਂ ਪਹਿਲੀ ਵਾਰ ਗੱਲ ਕੀਤੀ ਸੀ ਮਾਨਸਿਕ ਰੋਗਾਂ ਬਾਰੇ, ਤੁਹਾਨੂੰ ਯਾਦ ਹੋਊਗਾ, ਮੈਂ ਕਿਹਾ ਸੀਗਾ ਵੀ ਇਹ ਜੀ ਡਾਇਬਟੀਜ਼ ਵਾਂਗੂ, ਇਹ ਤੁਹਾਡੇ ਹਾਈਪਰਟੈਂਸ਼ਨ ਵਾਂਗੂ, ਬੀਪੀ ਦੀ ਬਿਮਾਰੀ ਵਾਂਗੂ, ਇਹ ਇੱਕ ਤਰ੍ਹਾਂ ਦੀ ਵਲਨਰੇਬਿਲਿਟੀ ਹੈ। ਜੇ ਸਟ੍ਰੈਸ ਵਧੂਗਾ ਮਾਨਸਿਕ ਰੋਗ ਵੱਧ ਸਕਦਾ ਹੈ, ਨੀਂਦ ਦੁਬਾਰਾ ਖਰਾਬ ਹੋ ਸਕਦੀ ਹੈ। ਠੀਕ ਹੈ। ਠੀਕ ਹੈ ਜੀ। ਤਾਂ ਆਮ ਤੌਰ 'ਤੇ ਜਿਵੇਂ ਦੱਸਿਆ ਵੀ ਇੰਨੀ ਕੁ ਡਿਊਰੇਸ਼ਨ ਹੁੰਦੀ ਹੈ ਇਹਦੀ ਇਲਾਜ ਦੀ, ਤੇ ਉਸ ਤੋਂ ਬਾਅਦ ਅਸੀਂ ਦਵਾਈਆਂ ਪੂਰੀ ਤਰ੍ਹਾਂ ਨਾਲ ਵੀ ਬੰਦ ਕਰ ਦਿੰਦੇ ਹਾਂ।
ਠੀਕ ਹੈ। ਇੱਕ ਡਾਕਟਰ ਸਾਹਿਬ ਹੋਰ ਜਿਹੜੀ ਇੱਕ ਮੇਨ ਅੱਜ ਕੱਲ੍ਹ ਸਾਰੇ ਲੋਕਾਂ ਦੀ ਉਹ ਪ੍ਰੋਬਲਮ ਹੋਈ ਵੀ ਹੈ ਜੀ। ਵੀ ਜੇ ਸਾਡਾ ਖਾਣ ਪੀਣ ਨਹੀਂ ਸਹੀ ਹੈਗਾ, ਹਾਂ, ਅਸੀਂ ਬਿਨਾਂ ਲੋੜ ਤੋਂ ਹੀ ਖਾ ਰਹੇ ਹਾਂ, ਮੋਟਾਪਾ ਵੱਧ ਰਿਹਾ ਹੈ ਬਿਲਕੁਲ। ਜਾਂ ਹੋਰ ਕੀ, ਉਹਦੇ ਕਾਰਨ ਇਲਾਜ ਵੀ ਪ੍ਰਭਾਵਿਤ ਹੁੰਦਾ ਹੈ ਜਾਂ ਨੀਂਦ ਦੀ ਪ੍ਰੋਬਲਮ ਵੀ ਆ ਸਕਦੀ ਹੈ। ਇਨਫੈਕਟ ਮੇਰੀ ਲਿਸਟ ਦੇ ਅੰਦਰ ਇੱਕ ਇਹ ਈਟਿੰਗ ਡਿਸਆਰਡਰ ਹੈ, ਕਲਾਸੀਫਿਕੇਸ਼ਨ ਈਟਿੰਗ ਡਿਸਆਰਡਰ ਚ ਆਉਂਦਾ ਹੈ, ਪਰ ਉਹਦਾ ਨਾਮ ਬੜਾ ਇੰਟਰਸਟਿੰਗ ਹੈ। ਤੁਸੀਂ ਵੀ ਇਹਦੇ ਨਾਲ ਮੇਰੇ ਖਿਆਲ ਉਹ ਆਈਡੈਂਟੀਫਾਈ ਕਰੋਗੇ, ਜਿਹਨੂੰ ਕਹਿੰਦੇ ਆ ਨਾਈਟ ਟਾਈਮ ਈਟਿੰਗ ਡਿਸਆਰਡਰ। ਰਾਤ ਨੂੰ ਉੱਠ ਕੇ ਇੱਕ ਟੱਬ ਆਈਸਕ੍ਰੀਮ ਦਾ ਖਾ ਜਾਣਾ, ਰਾਤ ਨੂੰ ਉੱਠ ਕੇ ਜਿੰਨੀਆਂ ਮਠਾਈਆਂ ਪਈਆਂ ਉਹ ਖਤਮ ਕਰ ਦੇਣੀਆਂ। ਅੱਛਾ ਜੀ। ਇਹ ਵੀ ਬਿਮਾਰੀ ਵੱਧ ਰਹੀ ਹੈ। ਓਕੇ, ਠੀਕ ਹੈ ਜੀ। ਜੀ। ਸੋ ਖਾਣ ਪੀਣ ਦਾ ਤੇ ਨੀਂਦ ਦਾ ਆਪਸ 'ਚ ਬੜਾ ਗਹਿਰਾ ਰਿਸ਼ਤਾ ਹੈਗਾ। ਜੀ ਜੀ। ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਦੇਖੋ, ਜੇ ਆਪਾਂ ਇਹ ਪਤਾ ਕਰਨਾ ਹੈ ਕਿ ਨੈਚੁਰਲ ਤਰੀਕਾ ਕੀ ਹੈਗਾ, ਤਾਂ ਤੁਸੀਂ ਅੱਜ ਤੋਂ 200 ਸਾਲ ਪਹਿਲਾਂ ਸੋਚੋ। ਇੱਕ ਵਾਰੀ ਜਦੋਂ ਸੂਰਜ ਛੁਪ ਜਾਂਦਾ ਸੀ ਤੇ ਜਦੋਂ ਆਪਣੇ ਕੋਲ ਇਲੈਕਟ੍ਰੀਕਲ ਆਰਟੀਫੀਸ਼ੀਅਲ ਲਾਈਟ ਨਹੀਂ ਸੀ ਹੁੰਦੀ, ਆਪਣੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਸੀ, ਸੌ ਜਾਂਦੇ ਸੀ। ਕਦੋਂ ਤੱਕ ਤੁਸੀਂ ਲਾਲਟੇਨ ਜਲਾ ਕੇ ਰੱਖੋਗੇ? ਠੀਕ ਹੈ। ਕਦੋਂ ਤੱਕ ਤੁਸੀਂ ਦੀਵਾ ਬਾਲ ਕੇ ਰੱਖੋਗੇ? ਉਹਦਾ ਵੀ ਤੇਲ ਦੇਖੋ ਲਿਮਿਟਿਡ ਹੁੰਦਾ ਸੀਗਾ। ਹਾਂਜੀ ਹਾਂ, ਬਿਲਕੁਲ। ਲੋਕੀ ਰਾਤ ਹੁੰਦੀ ਸੀ ਸੌ ਜਾਂਦੇ ਸੀ, ਸਵੇਰੇ ਚੜ੍ਹਦੇ ਸੂਰਜ ਨਾਲ ਉੱਠ ਜਾਂਦੇ ਸੀਗੇ। ਠੀਕ ਹੈ ਜੀ। ਨੈਚੁਰਲ ਤਰੀਕਾ ਉਹ ਸੀਗਾ ਜਿਹੜਾ ਅੱਜ ਤੋਂ 200 ਸਾਲ ਪਹਿਲਾਂ ਦਾ ਸੀ। ਜੇ ਕੋਈ ਚਾਹੁੰਦਾ ਵੀ ਮੈਂ ਨੈਚੁਰਲ ਲਾਈਫ ਜੀਣੀ ਹੈ ਤਾਂ ਕੋਈ ਜ਼ਿਆਦਾ ਲੰਬੀ ਚੌੜੀ ਸੋਧ ਕਰਨ ਦੀ ਲੋੜ ਨਹੀਂ ਹੈਗੀ। ਉਹ ਦੇਖ ਲਓ ਵੀ ਤੁਹਾਡੇ ਬਜ਼ੁਰਗ ਅੱਜ ਤੋਂ 150 200 ਸਾਲ ਪਹਿਲਾਂ ਕਿਵੇਂ ਜਿੰਦੇ ਸੀ। ਉਹ ਵਾਲੇ ਪ੍ਰਿੰਸੀਪਲਸ ਨੂੰ ਅਪਲਾਈ ਕਰਨਾ ਸ਼ੁਰੂ ਕਰ ਦੇਣ ਤਾਂ ਨੀਂਦ ਨੂੰ ਵੀ ਤੇ ਬਾਕੀ ਜ਼ਿੰਦਗੀ ਨੂੰ ਵੀ ਆਪਾਂ ਬੜੇ ਹੈਲਦੀ ਤਰੀਕੇ ਨਾਲ ਜੀ ਸਕਾਂਗੇ। ਖਾਣ ਪਾਣ ਵੀ ਉਸੇ ਕੈਟੇਗਰੀ 'ਚ ਆਉਂਦਾ ਜੀ। ਆਪਣੇ ਬਜ਼ੁਰਗ ਦੇਖੋ ਜੀ, ਮੋਟਾ ਅਨਾਜ ਖਾ ਕੇ ਬੜੇ ਰਾਜੀ ਸੀ, ਬਾਜਰਾ, ਰਾਗੀ। ਠੀਕ ਹੈ ਜੀ। ਆਪਣੇ ਇੱਥੇ ਆਟਾ ਵੀ ਮੋਟਾ ਹੁੰਦਾ ਸੀਗਾ, ਮੈਨੂੰ ਯਾਦ ਹੋਏਗਾ, ਹੈ ਨਾ ਜੀ। ਜਿਵੇਂ ਜਿਵੇਂ ਆਪਣੀਆਂ ਆਦਤਾਂ ਵਿਗੜਦੀਆਂ ਗਈਆਂ ਖਾਣ ਪਾਣ ਦੀਆਂ, ਉਹਦੇ ਅੰਦਰ ਪ੍ਰੋਸੈਸਡ ਸ਼ੂਗਰਸ ਵੱਧਦੀਆਂ ਗਈਆਂ। ਤੁਸੀਂ ਅੱਜ ਆਪਣੇ ਆਲੇ ਦੁਆਲੇ ਕੋਈ ਵੀ ਇਹੋ ਜਿਹਾ ਮਾਰਕੀਟ ਤੋਂ ਪੈਕੇਜਡ ਪ੍ਰੋਡਕਟ ਖਾਣ ਵਾਲਾ ਨਹੀਂ ਲਿਆ ਸਕਦੇ ਜਿਸ 'ਚ ਸ਼ੂਗਰ ਨਾ ਹੋਵੇ ਜ਼ਿਆਦਾ। ਤੇ ਸ਼ੂਗਰ ਜਿਹੜੀ ਹੈ ਇਹ ਇਨਸਾਨ ਨੂੰ ਪਿਛਲੇ 100-150 ਸਾਲ 'ਚ ਹੀ ਅਬੰਡੈਂਸ 'ਚ ਮਿਲਣੀ ਸ਼ੁਰੂ ਹੋਈ ਹੈ। ਪਹਿਲਾਂ ਸ਼ੂਗਰ ਵੀ ਜਿਹੜੀ ਸੀ ਬੜੀ ਹੀ ਰੇਅਰ ਪ੍ਰੋਡਕਟ ਸੀ। ਤੇ ਸ਼ੂਗਰ ਤੇ ਬਾਕੀ ਦੇ ਨਸ਼ੇ ਅੱਜ ਸਾਡੀ ਨੀਂਦ ਦੇ ਵੀ ਇੰਨੇ ਵੱਡੇ ਦੁਸ਼ਮਣ ਤਾਂ ਹੀ ਬਣ ਰਹੇ ਨੇ ਜੀ। ਖਾਣ ਖਾਣ ਪਾਣ ਦੇ ਅੰਦਰ ਸ਼ੂਗਰ ਘਟਾਣੀ, ਨੈਚੁਰਲ ਮੋਟੇ ਦਾਣੇ ਵੱਲ ਜਾਣਾ ਤੇ ਜਿਹੜੀ ਆਰਟੀਫੀਸ਼ੀਅਲ ਲਾਈਟ ਹੈ ਉਹਨੂੰ ਅਵੋਇਡ ਕਰਨਾ ਸ਼ਾਮ ਦੇ ਸਮੇਂ 'ਚ। ਜੀ। ਇਹ ਤੁਹਾਡੀ ਨੀਂਦ ਦੇ ਲਈ, ਉਹਨੂੰ ਬਿਹਤਰ ਕਰਨ ਦੇ ਲਈ 3 ਨੈਚੁਰਲ ਉਪਾਅ ਨੇ। ਇੱਕ ਡਾਕਟਰ ਸਾਹਿਬ ਲੋਕਾਂ ਦਾ ਆਮ, ਅਸੀਂ ਆਪਾਂ ਰੋਜ਼ ਸਾਰੇ ਲੋਕਾਂ 'ਚ ਵਿਚਰਦੇ ਹਾਂ, ਇੱਕ ਲੋਕਾਂ ਦਾ ਬੜਾ ਕਾਮਨ ਕੁਐਸਚਨ ਆ ਵੀ ਅਸੀਂ ਰਾਤ ਨੂੰ ਚਾਹੇ ਪਹਿਲਾਂ ਸੌਂ ਜਾਈਏ ਚਾਹੇ ਲੇਟ ਸੌਂ ਜਾਈਏ ਵੀ ਸਾਤੋਂ ਸਵੇਰੇ ਉੱਠਿਆ ਨਹੀਂ ਜਾਂਦਾ। ਹਾਂ। ਵੀ ਕਈ ਕਹਿੰਦੇ ਵੀ ਅਸੀਂ ਉੱਠਣ ਦੀ ਕੋਸ਼ਿਸ਼ ਕਰਦੇ ਹਾਂ, ਸਵੇਰੇ 5 ਵਜੇ ਤੇ ਉੱਠਿਆ ਜਾਂਦਾ ਹੈ 9 ਵਜੇ 10 ਵਜੇ। ਉਹ ਨੀਂਦ ਡਿਸਆਰਡਰ ਹੈ ਜਾਂ ਉਹਨਾਂ ਦੀ ਹੈਬਿਟ ਹੈ, ਜਾਂ ਇਹਨੂੰ ਆਪਾਂ ਕਿਹੜੀ ਕੈਟਾਗਰੀ 'ਚ ਰੱਖਾਂਗੇ? ਬਹੁਤ ਵਧੀਆ ਸਵਾਲ ਹੈ ਜੀ। ਮੈਂ ਇਹਦੇ ਅੰਦਰ ਨਾ, ਮੇਰੇ ਇੱਕ ਬੜੇ ਵਧੀਆ ਦੋਸਤ ਨੇ ਡਾਕਟਰ ਭਗਵੰਤ, ਉਹਨਾਂ ਨੇ ਇੱਕ ਵਾਰੀ ਬੜੀ ਗਹਿਰੀ ਗੱਲ ਕਹੀ ਸੀ ਤੇ ਮੈਨੂੰ ਬੜੀ ਪਸੰਦ ਹੈ। ਮੈਂ ਜਿਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ, ਬਾਬੂ ਸ਼ਾਹੀ ਦੇ ਆਪਣੇ ਜਿਹੜੇ ਦਰਸ਼ਕ ਹੈਗੇ ਨੇ ਜੀ। ਆਪਾਂ ਨੂੰ ਸਭ ਨੂੰ ਪਤਾ ਸਾਡੀ ਕਾਰ ਦਾ ਮਾਡਲ ਕਿਹੜਾ, ਜਿਹੜੀ ਵੀ ਆਪਾਂ ਗੱਡੀ ਚਲਾਉਂਦੇ ਆਪਾਂ ਬੜੇ ਸ਼ੌਕ ਨਾਲ ਖਰੀਦੀ ਹੁੰਦੀ ਹੈ। ਮੋਟਰਸਾਈਕਲ ਜਿਹੜਾ ਚਲਾਉਂਦਾ ਉਹਨੂੰ ਪਤਾ ਹੁੰਦਾ ਤੇ ਕਿੰਨੇ ਸੀਸੀ ਦਾ ਇੰਜਨ ਲੱਗਿਆ ਹੈ, ਕਿੰਨੀ ਇਹ ਐਵਰੇਜ ਦਿੰਦਾ ਹੈ। ਠੀਕ ਹੈ ਜੀ। ਸਾਰਾ ਦਿਨ ਆਪਾਂ ਕਿੰਨੇ ਘੰਟੇ ਮੋਟਰਸਾਈਕਲ ਜਾਂ ਕਾਰ ਉੱਤੇ ਹੁੰਦੇ ਆ? ਵੱਧ ਤੋਂ ਵੱਧ 1 ਘੰਟਾ 2 ਘੰਟੇ ਆਮ ਜ਼ਿੰਦਗੀ 'ਚ। ਕਿਤੇ ਬਾਹਰ ਜਾਣਾ ਹੋਇਆ ਤਾਂ ਜੀ 2-4 ਘੰਟੇ 5 ਘੰਟੇ 6 ਘੰਟੇ, ਕਦੇ ਕਦੇ ਹੀ। ਆਪਾਂ ਹਰ ਰਾਤ 8 ਘੰਟੇ ਘੱਟੋ ਘੱਟ ਉਸ ਗੱਦੇ ਉੱਤੇ ਸੌਂਦੇ ਆ ਜਿਹਦਾ ਸ਼ਾਇਦ ਆਪਾਂ 'ਚੋਂ ਕਿਸੇ ਨੂੰ ਨਾਮ ਵੀ ਨਹੀਂ ਪਤਾ ਵੀ ਕਿਹੜੀ ਕੰਪਨੀ ਦਾ, ਠੀਕ ਹੈ, ਕਿਹੜੀ ਕੁਆਲਿਟੀ ਦੇ, ਉਹਦੇ ਅੰਦਰ ਕਿਹੜੇ ਮਟੀਰੀਅਲ ਲੱਗੇ ਨੇ। ਠੀਕ ਹੈ। ਉਹ ਸਾਡੀ ਨੀਂਦ ਲਈ ਕਿੰਨਾ ਚੰਗਾ ਕਿੰਨਾ ਮਾੜਾ। ਠੀਕ ਹੈ। ਸਾਡਾ ਜਿਹੜਾ ਸਰਾਣਾ ਹੈ ਉਹਨੂੰ ਕਿਵੇਂ ਯੂਜ਼ ਕਰਨਾ। ਠੀਕ ਹੈ। ਜਦੋਂ ਕਿ ਇਹ ਕੰਮ ਘੱਟੋ ਘੱਟ 8 ਤੋਂ 9 ਘੰਟੇ ਆਪਾਂ ਲਈ ਜ਼ਰੂਰੀ ਹੈ ਇੱਕ ਹੈਲਦੀ ਬ੍ਰੇਨ ਦੇ ਫੰਕਸ਼ਨਿੰਗ ਲਈ। ਠੀਕ ਹੈ। ਠੀਕ ਹੈ ਜੀ। ਪਹਿਲੀ ਚੀਜ਼ ਹੋ ਗਈ ਵੀ ਤੁਹਾਡਾ ਗੱਦਾ ਕਿਹੋ ਜਿਹਾ, ਤੁਹਾਡਾ ਬਿਸਤਰਾ ਕਿਹੋ ਜਿਹਾ। ਜੀ। ਦੂਜੀ ਚੀਜ਼ ਹੋ ਗਈ ਤੁਹਾਡੇ ਸੌਣ ਦਾ এনवायरमेंट ਕਿਹੋ ਜਿਹਾ। ਠੀਕ ਹੈ। ਠੀਕ ਹੈ। ਤੁਹਾਡੀ ਨੀਂਦ ਪੂਰੀ ਗੂੜੀ ਹੁੰਦੀ ਵੀ ਹੈ ਕਿ ਨਹੀਂ। ਠੀਕ ਹੈ। ਐਂਬੀਐਂਟ ਨੋਇਜ਼ਸ ਕਿੰਨੀਆਂ ਨੇ, ਐਂਬੀਐਂਟ ਲਾਈਟਸ ਕਿੰਨੀਆਂ ਨੇ। ਐਂਬੀਐਂਟ ਮਤਲਬ ਤੁਹਾਡੇ ਨੇੜੇ ਦੇ ਮਾਹੌਲ ਦੇ ਅੰਦਰ ਟ੍ਰੈਫਿਕ ਵੱਧ ਜਾਂਦਾ ਆਲੇ ਦੁਆਲੇ, ਨੀਂਦ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਬਿਲਕੁਲ ਠੀਕ ਹੈ। ਸਵੇਰੇ ਉੱਠਣਾ ਔਖਾ ਹੋ ਜਾਏਗਾ। ਡਰੱਗਸ ਦੀ ਯੂਜ਼ ਹੋਏਗੀ, ਸ਼ਰਾਬ ਦੀ ਯੂਜ਼ ਹੋਏਗੀ, ਅਫੀਮ ਦੀ ਯੂਜ਼ ਹੋਏਗੀ, ਓਪੀਏਟਸ ਦੀ ਯੂਜ਼ ਹੋਏਗੀ, ਕਿਸੇ ਹੋਰ ਨਸ਼ੇ ਦੀ ਇਸਤੇਮਾਲ ਹੋਏਗੀ, ਪ੍ਰਿਸਕ੍ਰਿਪਸ਼ਨ ਪਿਲਸ ਦੀ ਜੇ ਆਪਾਂ ਗਲਤ ਇਸਤੇਮਾਲ ਕਰ ਰਹੇ ਹਾਂ,
ਇਹ ਵੀ ਨੀਂਦ ਨੂੰ ਖਰਾਬ ਕਰਨਗੇ। ਠੀਕ ਹੈ ਜੀ। ਤਾਂ ਇਹ ਸ਼ਿਕਾਇਤ ਤੁਸੀਂ ਬਿਲਕੁਲ ਠੀਕ ਪਕੜੀ ਹੈ ਕਿ ਲੋਕੀ ਬਾਰ-ਬਾਰ ਆ ਕੇ ਕਹਿੰਦੇ ਡਾਕਟਰ ਸਾਹਿਬ ਉੱਠ ਤਾਂ ਜਾਂਦੇ ਆ ਜੀ ਉਨੇ ਵਜੇ, ਪਰ ਐਂ ਲੱਗਦਾ ਕਿ ਨੀਂਦ ਪੂਰੀ ਨਹੀਂ ਹੋਈ। ਤਾਂ ਉਹਦੇ ਅੰਦਰ ਅਸੀਂ ਉਹਨਾਂ ਨੂੰ ਨਾ ਸਲੀਪ ਹਾਈਜੀਨ ਦੇ ਪ੍ਰਿੰਸੀਪਲ ਸਮਝਾਉਂਦੇ ਹਾਂ। ਮੈਂ ਦਰਸ਼ਕਾਂ ਨੂੰ ਕਹੂੰਗਾ ਵੀ ਗੂਗਲ ਕਰਕੇ ਦੇਖਣ ਸਲੀਪ ਹਾਈਜੀਨ, ਇਹਦੇ 5-7 ਪੁਆਇੰਟ ਹੈਗੇ ਨੇ, ਉਹ ਆਪਣੀ ਲਾਈਫ ਦੇ ਅੰਦਰ ਯੂਜ਼ ਕਰਨੇ ਸ਼ੁਰੂ ਕਰ ਲੈਣ ਤੇ ਉਹਦੇ ਨਾਲ ਇਹ ਦੇਖਣਗੇ ਕਿ ਨੀਂਦ ਦੀ ਕੁਆਲਿਟੀ ਬੈਟਰ ਹੁੰਦੀ ਜਾਂਦੀ ਹੈ। ਹੁਣ ਡਾਕਟਰ ਸਾਹਿਬ ਮੇਰਾ ਆਖਰੀ ਕੁਐਸਚਨ ਹੁਣ ਆ ਗਈ ਗੱਲ ਬਚਾਅ ਦੀ ਜੀ। ਆਮ ਲੋਕ ਜਿਹੜੇ ਠੀਕ ਠਾਕ ਨੇ ਉਹ ਕਦੇ ਵੀ ਨੀਂਦ ਵਾਲੀ ਪ੍ਰੋਬਲਮ ਤੋਂ ਪਰੇਸ਼ਾਨ ਨਾ ਹੋਣ, ਜਾਂ ਜਿਨ੍ਹਾਂ ਨੂੰ ਹਲੇ ਡਿਟੈਕਟ ਨਹੀਂ ਹੋਇਆ ਥੋੜੀ ਬਹੁਤੀ ਨੀਂਦ ਦੀ ਪ੍ਰੋਬਲਮ ਹੈ, ਵੀ ਉਹ ਆਪਣੇ ਆਪ ਨੂੰ ਕਿੱਦਾਂ ਠੀਕ ਰੱਖ ਸਕਦੇ? ਬਿਲਕੁਲ ਠੀਕ। ਜਿਹੜੀ ਇਹ ਮੈਂ ਪੁਆਇੰਟ ਚੱਕਿਆ ਸੀ ਸਲੀਪ ਹਾਈਜੀਨ ਦਾ, ਇਹ ਮੈਂ ਛੇਤੀ ਗਿਣਾ ਦਿੰਦਾ ਜੀ। ਪਹਿਲੀ ਚੀਜ਼, ਸ਼ਾਮ ਨੂੰ 5 ਵਜੇ ਤੋਂ ਬਾਅਦ ਕੌਫੀ, ਚਾਹ ਜਾਂ ਕੋਈ ਵੀ ਇਹੋ ਜਿਹੀ ਡਰਿੰਕ, ਜਿਵੇਂ ਅੱਜ ਕੱਲ੍ਹ ਇਹ ਮੌਨਸਟਰ ਦੇ ਤੇ ਰੈੱਡ ਬੁੱਲ ਵਰਗੇ ਪ੍ਰੋਡਕਟ ਆ ਗਏ ਨੇ ਜਿਹਦੇ ਅੰਦਰ ਬੜੀ ਉੱਚੀ ਮਾਤਰਾ ਹੁੰਦੀ ਹੈ ਕੈਫੀਨ ਦੀ, ਠੀਕ ਹੈ, ਇਹ ਨਾ ਲਓ। ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਚਾਹ ਕੌਫੀ ਕੋਈ ਵੀ ਚੀਜ਼ ਹੈ ਉਹ ਖਤਮ ਕਰ ਲਓ, 5 ਵਜੇ ਤੋਂ ਬਾਅਦ ਨਹੀਂ ਲੈਣਾ। ਠੀਕ ਹੈ। ਕੋਈ ਵੀ ਲਿਕੁਇਡ ਦੀ ਇਨਟੇਕ ਉਹਨੂੰ ਵੀ 5 ਵਜੇ ਤੋਂ ਬਾਅਦ ਥੋੜਾ ਜਿਹਾ ਘਟਾਓ। ਡਿਨਰ ਥੋੜਾ ਜਿਹਾ ਛੇਤੀ ਕਰਨਾ ਸ਼ੁਰੂ ਕਰੋ। ਠੀਕ ਹੈ। ਕਿਉਂਕਿ ਨਹੀਂ ਤਾਂ ਬਾਰ-ਬਾਰ ਹੋ ਸਕਦਾ ਹੈ ਕਿ ਤੁਹਾਨੂੰ ਪਿਸ਼ਾਬ ਜਾਣ ਲਈ ਬਾਰ-ਬਾਰ ਉੱਠਣਾ ਪਵੇ, ਨੀਂਦ ਦੀ ਕੁਆਲਿਟੀ ਖਰਾਬ ਹੋਵੇ। ਠੀਕ ਹੈ ਜੀ। ਤੀਸਰਾ, ਆਪਣੇ ਜਿਹੜੇ ਸਲੀਪ ਦੇ ਸਰਾਊਂਡਿੰਗ ਏਰੀਆ ਹੈਗਾ ਉਹਨੂੰ ਚੰਗੀ ਤਰ੍ਹਾਂ ਦੇਖੋ, ਉਹਨੂੰ ਆਡਿਟ ਕਰੋ ਕਿ ਜਦੋਂ ਮੈਂ ਸੌਂਦਾ ਆਵਾਜ਼ ਕਿੱਥੋਂ ਆਉਂਦੀ ਹੈ। ਹੋ ਸਕਦਾ ਇੱਕ ਪੱਖੇ ਦਾ ਬਲੇਡ ਖਰਾਬ ਹੋਵੇ ਜਿਹੜਾ ਖੜਖੜ ਕਰਦਾ ਹੋਵੇ, ਹੋ ਸਕਦਾ ਤੁਹਾਡਾ ਮੋਬਾਈਲ ਫੋਨ ਜਿਹੜਾ ਹੈ ਉਹ ਵਾਈਬ੍ਰੇਸ਼ਨ ਮੋਡ ਉੱਤੇ ਵੀ ਇੰਨੀ ਖੱਪ ਪਾਉਂਦਾ ਹੋਵੇ ਕਿ ਨੀਂਦ ਖਰਾਬ ਹੁੰਦੀ ਹੋਵੇ। ਬਿਲਕੁਲ ਠੀਕ ਹੈ। ਠੀਕ ਹੈ ਜੀ। ਸਲੀਪ ਜਿਹੜੇ ਸਰਾਊਂਡਿੰਗਸ ਹੈ ਉਹਨਾਂ ਦਾ ਆਡਿਟ ਕਰਨਾ ਜ਼ਰੂਰੀ ਹੈ। ਸਲੀਪ ਦੇ ਲਈ ਨੀਂਦ ਦਾ ਸਮੇਂ ਤੇ ਜਾਗਣ ਦਾ ਸਮੇਂ ਇੱਕੋ ਹੀ ਰੱਖੋ। ਇਹ ਬਹੁਤ ਮਦਦ ਕਰਦਾ ਹੈ ਤੁਹਾਡੀ ਨੀਂਦ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਲਈ। ਤੇ ਆਪਣੀ ਸਭ ਤੋਂ ਜ਼ਰੂਰੀ ਚੀਜ਼ ਜਿਹੜੇ ਅੱਜ ਕੱਲ੍ਹ ਆਪਾਂ ਸਾਰੇ ਹੀ ਸਭ ਤੋਂ ਘੱਟ ਕਰ ਰਹੇ ਹਾਂ, ਸਵੇਰ ਦੇ ਸਮੇਂ ਦੀ ਐਕਸਰਸਾਈਜ਼। ਠੀਕ ਹੈ। ਚੰਗੀ ਨੀਂਦ ਲਈ ਦਿਨ ਦੇ ਪਹਿਲੇ ਹਾਫ ਦੇ ਅੰਦਰ ਜੇ ਆਪਾਂ ਇੱਕ ਹਾਈ ਇੰਟੈਂਸਿਟੀ ਵਰਕਆਊਟ ਕਰ ਲੈਂਦੇ ਹਾਂ ਤਾਂ ਉਹ ਰਾਤ ਦੀ ਨੀਂਦ ਨੂੰ ਬੈਟਰ ਕਰਦਾ ਹੈ। ਬਹੁਤ ਮੈਂ ਦੇਖਦਾ ਕਿ ਬੱਚੇ ਜਿਹੜੇ ਨੇ ਸ਼ਾਮ ਦੇ ਵੇਲੇ ਵਰਕਆਊਟ ਕਰਨਾ ਪਸੰਦ ਕਰਦੇ ਨੇ, ਪਰ ਰਿਸਰਚ ਨੇ ਇਹ ਸ਼ੋਅ ਕੀਤਾ ਵੀ ਸ਼ਾਮ ਵਾਲੀ ਵਰਕਆਊਟ ਕਈ ਵਾਰ ਜਿਹੜੀ ਅਵੇਕਨਿੰਗ ਹੈ, ਅਲਰਟਨੈਸ ਉਹਨੂੰ ਵਧਾ ਦਿੰਦੀ ਹੈ, ਫਿਰ ਉਹ ਨੀਂਦ 'ਚ ਵਾਧਾ ਬਣ ਜਾਂਦੀ ਹੈ। ਤਾਂ ਸ਼ਾਮ ਦੀ ਵਰਕਆਊਟ ਨਾਲੋਂ ਬੈਟਰ ਹੈ ਉਹਨੂੰ ਸਵੇਰੇ ਰੱਖਿਆ ਜਾਵੇ ਜੀ। ਇਹਦੇ ਨਾਲ ਵੀ ਨੀਂਦ ਬਿਹਤਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਜੀ ਜੀ ਡਾਕਟਰ ਸਾਹਿਬ, ਇੱਕ ਮੈਂ ਨਾਲ ਤੁਹਾਨੂੰ ਹੋਰ, ਜਿਨ੍ਹਾਂ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਉਹ ਸਾਜਰੇ ਕਿਸ ਤਰ੍ਹਾਂ ਉੱਠਣ, ਉਹ ਸਾਜਰੇ ਸੌਣ ਜਾਂ ਆਪਣਾ ਉਹ ਕਿਹੜਾ ਐਫਰਟ ਕਰਨ, ਇਹ ਵੀ ਇੱਕ ਵੱਡੀ ਗੱਲ ਹੈ। ਇਹ ਤੁਹਾਡਾ ਸਵਾਲ ਬੜਾ ਜਾਇਜ਼ ਹੈ ਤੇ ਇਸ 'ਚ ਮੇਰਾ ਜਵਾਬ ਜਿਹੜਾ ਹੋਏਗਾ ਉਹ ਇਹ ਹੋਏਗਾ ਵੀ ਸਾਰੇ ਇਨਸਾਨਾਂ ਲਈ ਸਵੇਰੇ ਛੇਤੀ ਉੱਠਣਾ ਜ਼ਰੂਰੀ ਵੀ ਨਹੀਂ ਹੈਗਾ ਜੀ। ਪਰ ਆਪਣੇ ਜਿਹੜੇ ਬ੍ਰੇਨ ਦੀ ਵਾਇਰਿੰਗ ਮੇਕਅਪ ਹੈ ਉਹਦੇ ਹਿਸਾਬ ਨਾਲ ਕੁਝ ਲੋਕ ਨੈਚੁਰਲੀ ਆਊਲਸ ਹੁੰਦੇ ਨੇ, ਜਿਵੇਂ ਕਿ ਮਤਲਬ ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਤਾਂ ਉੱਲੂ ਹੁੰਦੇ ਨੇ। ਉਹਨਾਂ ਨੂੰ ਰਾਤ ਨੂੰ 2 ਵਜੇ ਤੱਕ 3 ਵਜੇ ਤੱਕ ਜਗਾ ਲਓ, ਕੋਈ ਚੱਕਰ ਨਹੀਂ, ਸਵੇਰੇ ਉਠਾਉਣਾ ਉਹਨਾਂ ਨੂੰ ਪਾਪ ਹੈ। ਠੀਕ ਹੈ। ਕਈ ਲੋਕ ਨੈਚੁਰਲੀ ਬ੍ਰੇਨ ਦੀ ਵਾਇਰਿੰਗ ਵਾਂਗੂ ਲਾਰਕਸ ਹੁੰਦੇ ਨੇ। ਲਾਰਕ ਮਤਲਬ ਰਾਤ ਦੇ 9-10 ਵੱਜਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਖੁੱਲ੍ਹਦੀਆਂ ਨਹੀਂ ਰਹਿੰਦੀਆਂ, ਆਪਣੇ ਆਪ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ। ਸਵੇਰੇ ਚਾਹੇ ਉਹਨਾਂ ਨੂੰ 4:30 ਵਜੇ ਜਗਾ ਲਓ। ਠੀਕ ਹੈ। ਠੀਕ ਹੈ ਨਾ ਜੀ। ਪਹਿਲਾਂ ਤਾਂ ਆਪਣੇ ਸੁਭਾਅ ਨੂੰ ਸਮਝੋ ਕਿ ਤੁਹਾਡਾ ਸਲੀਪ ਸਾਈਕਲ ਕਿਹੋ ਜਿਹਾ ਹੈਗਾ। ਠੀਕ ਹੈ। ਸਭ ਦੇ ਲਈ ਸੇਮ ਟਾਈਮ ਨਾਰਮਲ ਨਹੀਂ ਹੁੰਦਾ। ਲੋਕਾਂ ਦਾ ਪੀਕ ਪਰਫਾਰਮੈਂਸ ਦਾ, ਅਲਰਟਨੈਸ ਦਾ ਟਾਈਮ ਅਲੱਗ-ਅਲੱਗ ਹੁੰਦਾ ਹੈ ਜੀ ਜੀ। ਜੇ ਇਹਦੇ ਅੰਦਰ ਲੋਡ ਪਵੇ ਤਾਂ ਸਲੀਪ ਸਟੱਡੀਜ਼ ਕੀਤੀਆਂ ਜਾ ਸਕਦੀਆਂ ਨੇ। ਅੱਜ ਕੱਲ੍ਹ ਟੈਸਟ ਆ ਗਏ ਨੇ ਜਿਹਦੇ ਹਿਸਾਬ ਨਾਲ ਤੁਹਾਡੀ ਕੁਆਲਿਟੀ ਆਫ ਸਲੀਪ ਜਿਹੜੀ ਹੈ ਉਹ ਆਪਾਂ ਜਾਂਚ ਕਰਕੇ ਪਤਾ ਕਰ ਸਕਦੇ ਹਾਂ ਵੀ ਕਿਹੋ ਜਿਹੀ ਹੈ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਟਾਈਮ ਦਿੱਤਾ, ਬਾਬੂ ਸ਼ਾਹੀ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਗੇ ਤੋਂ ਵੀ ਜੋ ਦਿਮਾਗ ਦੀਆਂ ਬਿਮਾਰੀਆਂ ਨੇ ਉਹਨਾਂ ਬਾਰੇ ਆਪਾਂ ਹੋਰ ਡਿਸਕਸ਼ਨ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਕਰਦੇ ਰਹਾਂਗੇ। ਦੋਸਤੋ, ਤੁਹਾਨੂੰ ਨੀਂਦ ਬਾਰੇ ਡਾਕਟਰ ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ ਹੈ, ਕਿੰਨੇ ਘੰਟੇ ਸੌਣਾ ਚਾਹੀਦਾ ਹੈ, ਨੀਂਦ ਸਾਡੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਜੇ ਕਿਸੇ ਨੂੰ ਪ੍ਰੋਬਲਮ ਆਵੇ ਨੀਂਦ ਦੀ ਉਹਨੂੰ ਕੀ ਕਰਨਾ ਚਾਹੀਦਾ ਹੈ। ਪਹਿਲੇ ਪ੍ਰੋਗਰਾਮਾਂ ਵਾਂਗ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਬਿਲਕੁਲ ਪਸੰਦ ਆਏਗਾ। ਪਸੰਦ ਆਵੇ ਸ਼ੇਅਰ ਕਰੋ, ਕੋਈ ਤੁਹਾਡੀ ਕੁਆਰੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ। ਮੈਂ ਦਿਦਾਰ ਗੁਰਨਾ ਤੁਹਾਡੇ ਲਈ ਯੂਜ਼ਫੁਲ ਵੀਡੀਓ ਜਿਹੜੀਆਂ ਹੈਗੀਆਂ ਲੈ ਕੇ ਆਉਂਦਾ ਰਹੇਗਾ। ਤਦ ਤੱਕ ਲਈ ਧੰਨਵਾਦ।